गुरु चरणा विखे लवाइए हाजरियाँ, गुरु का बख्शिया फतेह का नारा करिए बुलंद। उपरंत बाणी के विचार नाल जुड़ना करांगे। गज के आखिए जी वाहिगुरु जी का खालसा, वाहिगुरु जी की फतेह। सतनाम श्री वाहिगुरु साहिब जीओ। माज महला पंजवा। हुक्मी वरसन लागे मेहा, साजन संत मिल नाम जपेहा। हुक्मी वर्तन लागे मेहा, साजन संत मिल नाम जपेहा। शीतल शांत सहज सुख पाया, ठांड पाई प्रभ आपे जियो। सब किछ बहुत बहुत ही पाया, कर कृपा प्रभ सगल रजाया। दात करो मेरे दातारा, जी जंत सब त्रापे जियो। दात करो मेरे दातारा, जी जंत सब त्रापे जियो। वाहिगुरु ये पवित्र बचन पंजवें पातशाह शहीदां दी सिरताज छत्र चवर तख्त दे मालक हलत पलत के रखियक सतगुरु धन धन श्री गुरु अर्जन देव महाराज जी दे उचारण कीते हुए श्री ग्रंथ साहिब जी दे पवित्र अंग 104 उपर सुभाएमान शब्द, जिस दे विच परमेश्वर अते गुरु की कृपा नाल जीव ते की बख्शिश हुंदी है, ये दसना करते हैं। जदों कोई जीव परमेश्वर दे वल चलदा है तो परमेश्वर नूं भी उस दा फिक्र हो जाता, और फिर परमेश्वर कृपा करता है किसी न किसी बहाने वो जीव नूं किसी रब दे प्यारे नाल मिला दिंदा। और उन्हां प्यारियां दी कृपा करके जीव परमेश्वर दा नाम जपदा, ते नाम दे बहाने परमेश्वर जीव ते कृपा दा मींह वरसाउंदा। जिस तरह प्रीतम दा वचन है, बा बीहा अमृत बेले बोलिया, तां दर सुनी पुकार। मेघै नो फरमान होआ, वरसो कृपा धार। हों तिनकै बलिहार नै, जिन्नी सच रखिया और धार। नानक नामै सब हरियावली, गुर कै शब्द विचार। इत्थे बाबीहा जिहड़ा है मनुख नूं ही कहा गया है। जिवें पपीहे की उदाहरण है, पपीहा जिहड़ा है जदों उसनूं प्यास लगदी है तो पीओ पीओ दी रट लाउंदा है। पीओ 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 जद करदा है ते परमेश्वर दे दर दे उत्ते उहदी पुकार पहुँचदी है। जदों परमेश्वर जीव की पुकार सुनता है, पपीहे की पुकार सुनता है तो बदल आउंदे आ। उन्हां पपीहियां की प्यास बुझाउण वास्ते परमेश्वर फिर बदलों नूं हुक्म दिंदा है
ਉਹਨਾਂ ਦੀ ਖਿੱਚ ਕਰਕੇ ਫਿਰ ਬੱਦਲ ਆਉਂਦੇ ਆ, ਮੀਂਹ ਵਰਸਦਾ ਤੇ ਪਪੀਹਿਆਂ ਦੀ ਪਿਆਸ ਬੁਝਦੀ। ਇੱਕ ਚੀਜ਼ ਤਾਂ ਆਪਾਂ ਜਾਣਦੇ ਹਾਂ, ਕਈ ਵਾਰੀ ਕਹਿੰਦੇ ਵੀ ਹਾਂ ਅੱਜ ਬੜਾ ਵੱਟ ਹੈ ਯਾਰ, ਅੱਜ ਬੜੀ ਗਰਮੀ ਹੋ ਰਹੀ ਹੈ, ਲੱਗਦਾ ਮੀਂਹ ਪਊਗਾ। ਭਾਵ ਆਪਾਂ ਆਮ ਦੇਖਦੇ ਹਾਂ ਜਦੋਂ ਧਰਤੀ ਦੇ ਉੱਤੇ ਬਹੁਤੀ ਗਰਮੀ ਪੈਦਾ ਹੋ ਜਾਂਦੀ ਹੈ ਉਦੋਂ ਵੀ ਮੀਂਹ ਪਾਉਂਦਾ ਹੈ ਪਰਮੇਸ਼ਰ ਸਮੇਂ ਮੁਤਾਬਕ। ਇਸੇ ਤਰ੍ਹਾਂ ਹੀ ਜਦੋਂ ਪਪੀਹੇ ਦੇ ਅੰਦਰ ਪਿਆਸ ਪੈਦਾ ਹੋ ਜਾਂਦੀ ਹੈ ਉਹਦੇ ਵਾਸਤੇ ਵੀ ਮੀਂਹ ਪਾਉਂਦਾ ਹੈ। ਜਦੋਂ ਸਿੱਖ ਦੇ ਅੰਦਰ ਮਿਲਣ ਦੀ ਇੱਛਾ ਪੈਦਾ ਹੁੰਦੀ ਹੈ ਉਹਦੇ ਵਾਸਤੇ ਵੀ ਗੁਰੂ ਨੂੰ ਹੁਕਮ ਦਿੰਦਾ ਹੈ, ਗੁਰੂ ਦੇ ਰਾਹੀਂ ਜਾਂ ਗੁਰੂ ਬਣ ਕੇ ਜਾਂ ਗੁਰੂ ਦੇ ਰਾਹੀਂ ਉਹਨਾਂ ਜੀਵਾਂ ਦੀ ਰਕਸ਼ਾ ਕਰਦਾ ਜਿਹੜੇ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਹੈ। ਉਹਨਾਂ ਨੂੰ ਪ੍ਰੇਰ ਕੇ ਕਿਸੇ ਨਾ ਕਿਸੇ ਤਰ੍ਹਾਂ ਉਹ ਗੁਰੂ ਚਰਨਾਂ ਵਿੱਚ ਲੈ ਆਉਂਦਾ ਹੈ। ਸਾਜਨ ਸੰਤ ਮਿਲ ਨਾਮ ਜਪੇਹਾ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਹਾਂ, ਵਾਹਿਗੁਰੂ 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 ਕਰਕੇ। ਉਸ ਵੇਲੇ ਫਿਰ ਅਸੀਂ ਕੀ ਦੇਖਦੇ ਹਾਂ ਕਿ ਗੁਰੂ ਕਿਰਪਾ ਕਰਦਾ ਹੈ। ਗੁਰਮੁਖਾਂ ਦੀ ਸੰਗਤ ਇਸੇ ਕਰਕੇ ਮੰਗਦੇ ਹਾਂ ਕਿ ਗੁਰਮੁਖਾਂ ਦੀ ਸੰਗਤ ਰਾਹੀਂ ਗੁਰੂ ਦਾ ਮਿਲਾਪ ਹੁੰਦਾ ਹੈ। ਰੋਜ਼ਾਨਾ ਅਰਦਾਸ ਵਿੱਚ ਬੇਨਤੀ ਹੁੰਦੀ ਆ, ਸਹੀ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਸਾਡਾ ਉਹਨਾਂ ਦੇ ਨਾਲ ਮਿਲਾਪ ਕਰਾ ਦੇ ਜਿਨ੍ਹਾਂ ਨੂੰ ਮਿਲਣ ਕਰਕੇ ਸਾਨੂੰ ਤੇਰੀ ਯਾਦ ਆਵੇ। ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਬਚਨ ਆਰੰਭ ਕਰਦੇ ਹਨ। ਮਾਝ ਮਹੱਲਾ ਪੰਜਵਾ, ਹੁਕਮੀ ਵਰਸਣ ਲਾਗੇ ਮੇਹਾ। ਜਿਵੇਂ ਪਰਮੇਸ਼ਰ ਦੇ ਹੁਕਮ ਨਾਲ ਮੀਂਹ ਪੈਂਦਾ ਦੁਨੀਆ ਦੇ ਵਿੱਚ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜਿਵੇਂ ਪਰਮੇਸ਼ਰ ਦੇ ਹੁਕਮ ਨਾਲ ਮੀਂਹ ਪੈਂਦਾ ਉਸੇ ਤਰ੍ਹਾਂ ਹੀ ਜਦੋਂ ਰੱਬ ਦੇ ਪਿਆਰੇ ਬੈਠ ਕੇ ਨਾਮ ਜਪਦੇ ਆ ਤੇ ਅੰਮ੍ਰਿਤ ਦੀ ਵਰਖਾ ਹੁੰਦੀ ਆ। ਇੱਕ ਬਾਹਰਲਾ ਆਕਾਸ਼ ਹੈ, ਇਹਦੇ ਵਿੱਚੋਂ ਮੀਂਹ ਪੈਂਦਾ। ਇੱਕ ਸਾਡਾ ਹਿਰਦਾ ਰੂਪੀ ਚਿਦਾ ਆਕਾਸ਼ ਹੈ ਜਿੱਥੇ ਗੁਰੂ ਦਾ ਵਾਸਾ ਹੈ, ਤੇ ਗੁਰੂ ਜਿਹੜਾ ਹੈ ਸਿੱਖ ਦੇ ਹਿਰਦੇ ਵਿੱਚ ਅੰਮ੍ਰਿਤ ਦਾ ਮੀਂਹ ਪਾਉਂਦਾ। ਫਿਰ ਸਾਜਣ ਸੰਤ ਮਿਲ ਨਾਮ ਜਪੇਹਾ, ਸੀਤਲ ਸ਼ਾਂਤ ਸਹਿਜ ਸੁਖ ਪਾਇਆ। ਫਿਰ ਜੀਵ ਦੇ ਅੰਦਰ ਠੰਡ, ਸੀਤਲਤਾ, ਸ਼ਾਂਤੀ ਪ੍ਰਾਪਤ ਹੁੰਦੀ ਆ। ਵਿਸ਼ੇ ਵਿਕਾਰਾਂ ਤੋਂ ਮਨ ਮੁੜ ਜਾਂਦਾ। ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸ਼ਾਂਤ ਹੋ ਜਾਂਦੇ ਆ। ਜਿਵੇਂ ਮੀਂਹ ਪੈਣ ਨਾਲ ਗਰਮੀ ਸ਼ਾਂਤ ਹੋ ਜਾਂਦੀ ਆ, ਇਸੇ ਤਰ੍ਹਾਂ ਹੀ ਕਹਿੰਦੇ ਇਹ ਜੋ ਜੀਵ ਨੂੰ ਦੁੱਖ ਦੇਣ ਵਾਲੇ ਪੁਆਇੰਟ ਹਨ, ਵਿਕਾਰ, ਕਲਯੁਗ ਦੇ ਪੈਰੋਕਾਰ ਜਿਨ੍ਹਾਂ ਦੇ ਕਾਰਨ ਬੰਦੇ ਤੇ ਕਲਯੁਗ ਵਰਤਦਾ। ਇਹ ਕਲਯੁਗ ਦੇ ਪੈਰੋਕਾਰ ਵੀ ਸ਼ਾਂਤ ਹੋ ਜਾਂਦੇ। ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਲਾ ਦੀਪ ਦੇ ਵਿੱਚ ਗਏ ਤੇ ਸੰਗਲਾ ਦੀਪ ਦਾ ਰਾਜਾ ਧੰਨ ਗੁਰੂ ਨਾਨਕ ਦੇਵ ਜੀ ਨੂੰ ਮਿਲਣਾ ਚਾਹੁੰਦਾ ਸੀ, ਪਰ ਉੱਥੇ ਬਹੁਤ ਸਾਰੇ ਪਖੰਡੀ ਵੀ ਇਕੱਠੇ ਹੋ ਰਹੇ ਸੀ ਔਰ ਨਾਨਕ ਬਣ ਕੇ ਸੰਗਲਾ ਦੀਪ ਜਾਂਦੇ ਸਨ, ਕਿਉਂਕਿ ਪਤਾ ਲੱਗਿਆ ਕਿ ਸੰਗਲਾ ਦੀਪ ਦਾ ਰਾਜਾ ਗੁਰੂ ਧਾਰਨ ਕਰਨਾ ਚਾਹੁੰਦਾ ਤੇ ਜਿਨ੍ਹਾਂ ਦਾ ਚੇਲਾ ਰਾਜਾ ਹੋਵੇ ਉਹਨਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ। ਇਸ ਕਰਕੇ ਬਹੁਤ ਸਾਰੇ ਪਖੰਡੀਆਂ ਨੇ ਉੱਥੇ ਜਾ ਕੇ ਆਪਣੇ ਆਪ ਨੂੰ ਨਾਨਕ ਦੱਸਿਆ। ਪਰ ਜਦੋਂ ਰਾਜਾ ਉਹਨਾਂ ਨੂੰ ਮਿਲਣ ਆਉਂਦਾ ਤੇ ਉਹਨਾਂ ਵਿੱਚੋਂ ਉਹ ਗੱਲ ਨਾ ਲੱਭਦੀ ਜਿਹੜੀ ਗੁਰੂ ਨਾਨਕ ਦੇਵ ਜੀ ਵਿੱਚ ਆ। ਉਹ ਸਾਰੇ ਵਿਸ਼ੇ ਵਿਕਾਰਾਂ ਦੇ ਭਰੇ ਹੁੰਦੇ ਤੇ ਰਾਜੇ ਦੇ ਵਜ਼ੀਰ ਉਹਨਾਂ ਨੂੰ ਭਜਾ ਦਿੰਦੇ।
ਕਈ ਤਰ੍ਹਾਂ ਦੇ ਨਾਲ ਪਰਖਿਆ ਜਾਂਦਾ। ਜਿਹੜੇ ਆਪਣੇ ਆਪ ਨੂੰ ਨਾਨਕ ਕਹਿੰਦੇ ਸਨ, ਜਦ ਪਰਖੇ ਜਾਂਦੇ ਤੇ ਫੇਲ ਹੋ ਜਾਂਦੇ। ਤੇ ਸਭ ਤੋਂ ਵੱਡੀ ਪਰਖ ਹੈ ਕਾਮ ਵਾਸ਼ਨਾ। ਜਿਹੜਾ ਕਾਮ ਵਾਸ਼ਨਾ ਦੀ ਵੱਟ ਲੰਘ ਗਿਆ ਉਹ ਬਚ ਗਿਆ, ਤੇ ਕਈ ਇਸ ਤੋਂ ਡਿੱਗ ਪਏ। ਇਹ ਵਿਕਾਰਾਂ ਦੀਆਂ ਵੱਟਾਂ ਰਸਤੇ ਵਿੱਚ ਆਉਂਦੀਆਂ, ਜੀਵ ਨੂੰ ਲੰਘਣਾ ਪੈਂਦਾ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਤੇ ਕਈ ਇਹਨਾਂ ਜ਼ਹਿਰ ਦੀਆਂ ਗੰਦਲਾਂ ਜਿਨ੍ਹਾਂ 'ਤੇ ਖੰਡ ਚੜ੍ਹਾਈ ਹੋਈ ਆ, ਵੇਖਣ ਨੂੰ ਵਧੀਆ ਲੱਗਦੀਆਂ ਪਰ ਅਸਲ ਦੇ ਵਿੱਚ ਜੀਵਨ ਬਰਬਾਦ ਕਰਦੀਆਂ। ਕਈ ਰੱਬ ਦੇ ਪਿਆਰੇ ਗਿਆਨਵਾਨ ਇਹਨਾਂ ਨੂੰ ਲੱਤ ਮਾਰ ਕੇ ਟੱਪ ਗਏ, ਤੇ ਕਈ ਇਹਨਾਂ 'ਚ ਫਸ ਗਏ। ਜਿਸ ਤਰ੍ਹਾਂ ਮੱਖੀ ਦੀ ਗੱਲ ਕਰਦੇ ਆ ਬਾਣੀ ਵਿੱਚ ਪਾਤਸ਼ਾਹ ਜੀ, ਗਿੱਲੀ ਗਿੱਲੀ ਰੋਟੜੀ ਭੌਂਦੀ ਭਾਪਵ ਆਏ। ਮੱਖੀ ਉੜਦੀ ਉੜਦੀ ਆਈ, ਵਧੀਆ ਆਜ਼ਾਦ ਉੱਡ ਰਹੀ ਸੀ, ਪਰ ਉਹਨੇ ਗੁੜ ਦੀ ਡਲੀ ਵੇਖੀ, ਮਿੱਠੇ ਦੀ ਡਲੀ ਦੇਖੀ, ਤੇ ਉਸ ਗੁੜ ਦੀ ਡਲੀ ਤੇ ਬੈਠ ਗਈ ਉਹਨੂੰ ਖਾਣ ਵਾਸਤੇ। ਤੇ ਬਹਿੰਦਿਆਂ ਹੀ ਅੱਗੇ ਗੁੜ ਸੀ ਢਿੱਲਾ ਜਿਹਾ, ਤੇ ਉਹਦੇ ਪੈਰ ਗੁੜ ਵਿੱਚ ਫਸ ਗਏ, ਤੇ ਜਿਹੜੇ ਫੰਗਾਂ ਦੇ ਨਾਲ ਉੱਡਦੀ ਸੀ ਉਹ ਫੰਗ ਵੀ ਵਿੱਚ ਫਸ ਗਏ, ਤੇ ਉੱਥੇ ਮਰ ਗਈ। ਇਹ ਹਾਲ ਮਨੁੱਖ ਦਾ ਹੈ। ਸੰਸਾਰ ਦੇ ਪਸ਼ੂਆਂ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਗਿਆਨ ਮਨੁੱਖ ਨੂੰ ਦਿੱਤਾ ਗਿਆ ਹੈ। ਗਿੱਲੀ ਗਿੱਲੀ ਰੋਜੜੀ ਭੌਂਦੀ ਭਾਪਵ ਆਏ, ਜੋ ਬੈਠੇ ਸੇ ਫਾਥਿਆ। ਜਿਹੜੇ ਵਹਿ ਗਏ ਉਹ ਫਸ ਗਏ। ਉੱਭਰੇ ਭਾਗ ਮਥਾਹੇ, ਜਿਨ੍ਹਾਂ ਦੇ ਵੱਡੇ ਭਾਗ ਸੀ ਉਹਨਾਂ ਨੂੰ ਗਿਆਨ ਹੋਣ ਕਰਕੇ ਉਸ ਤੋਂ ਬਚ ਗਏ ਤੇ ਉੱਡ ਗਏ। ਤਾਂ ਇਹ ਅਸਲ ਦੇ ਵਿੱਚ ਜੋ ਵੀ ਲਿਖਿਆ ਬਾਣੀ ਦੇ ਵਿੱਚ ਇਹ ਮਨੁੱਖ ਦੇ ਵਾਸਤੇ ਹੈ। ਚਾਹੇ ਉਹ ਪਪੀਹੇ ਦੀ ਗੱਲ ਹੈ, ਚਾਹੇ ਮੱਖੀ ਦੀ ਗੱਲ ਹੈ, ਚਾਹੇ ਸੂਰ ਦੀ ਗੱਲ ਹੈ, ਚਾਹੇ ਪਸ਼ੂਆਂ ਦੀ ਗੱਲ ਹੈ। ਇੱਥੋਂ ਤੱਕ ਮਨੁੱਖ ਨੂੰ ਕਿਤੇ ਕਿਤੇ ਲਾਹਨਤ ਵੀ ਪਾਈ ਆ ਵੀ ਤੇਰੇ ਨਾਲ ਤਾਂ ਪਸ਼ੂ ਚੰਗੇ ਆ। ਪਸ਼ੂਆਂ ਦੇ ਹੱਡ, ਚਮੜਾ, ਮਾਸ ਆਦਿ ਵੀ ਕੰਮ ਆ ਜਾਂਦਾ ਹੈ, ਪਰ ਬੰਦੇ ਦਾ ਤਾਂ ਸਰੀਰ ਦਾ ਕੋਈ ਅੰਗ ਵੀ ਕੰਮ ਨਹੀਂ ਆਉਂਦਾ। ਇਹ ਅੱਗ 'ਚ ਹੀ ਮਚਾਉਣਾ ਪੈਂਦਾ ਆਖਰ। ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਮਨੁੱਖ ਦੇ ਨਾਲੋਂ ਪਸ਼ੂ ਚੰਗੇ ਆ। ਕਬੀਰ ਸਾਹਿਬ ਨੇ ਮਨੁੱਖ ਦੇ ਨਾਲੋਂ, ਮਨਮੁਖ ਬੰਦੇ ਨਾਲੋਂ ਸੂਰ ਨੂੰ ਚੰਗਾ ਕਹਿਤਾ, ਜਿਹੜਾ ਗਲੀਆਂ ਵਿੱਚ ਸਫਾਈ ਕਰ ਜਾਂਦਾ। ਬੰਦੇ ਨਾਲੋਂ ਉਹ ਹੀ ਚੰਗਾ ਜੇ ਬੰਦਾ ਨਾਮ ਨਹੀਂ ਜਪਦਾ। ਜੇ ਨਾਮ ਜਪਦਾ ਤੇ ਸਭ ਤੋਂ ਚੰਗਾ ਬੰਦਾ ਹੈ, ਪਰ ਨਾਮ ਨਹੀਂ ਜਪਦਾ ਤੇ ਫਿਰ ਪਸ਼ੂਏ ਤੋਂ ਚੰਗੇ ਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਇਸ ਕਰਕੇ ਜਿਸ ਬੰਦੇ ਦੀਆਂ ਕਰਤੂਤਾਂ ਕੰਮ ਪਸ਼ੂਆਂ ਵਾਲੇ ਹੈ, ਦੇਖਣ ਨੂੰ ਮਨੁੱਖ ਲੱਗਦਾ ਪਰ ਉਹਦਾ ਜਿਹੜਾ ਜੀਵਨ ਹੈ ਉਹ ਪਸ਼ੂਆਂ ਵਰਗਾ ਹੈ। ਪ੍ਰੀਤਮ ਜੀ ਕਹਿੰਦੇ, ਭਲਿਆ ਆ ਦੇਖ, ਪਪੀਹਾ ਬੇਨਤੀਆਂ ਕਰਦਾ ਸੀ ਤੇ ਪਰਮੇਸ਼ਰ ਨੇ ਕਿਰਪਾ ਕੀਤੀ। ਮਾਂ ਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਮੇਘੈ ਨੂੰ ਫਰਮਾਨ ਹੋਆ, ਵਰਸੋ ਕਿਰਪਾ ਧਾਰ। ਜਦੋਂ ਸੰਸਾਰ ਦੇ ਵਿੱਚ ਕੋਈ ਜੀਵ ਪਰਮੇਸ਼ਰ ਨਾਲ ਜੁੜਨਾ ਚਾਹੁੰਦਾ ਹੈ ਤੇ ਪਰਮੇਸ਼ਰ ਫਿਰ ਉਸ ਦੇ ਵਾਸਤੇ ਇੰਤਜ਼ਾਮ ਵੀ ਕਰ ਦਿੰਦਾ। ਜਿਵੇਂ ਧਰੂਵ ਭਗਤ ਆਪਣੇ ਘਰੋਂ ਚੱਲਿਆ ਸੀ ਪਰਮੇਸ਼ਰ ਨੂੰ ਪਾਉਣ ਵਾਸਤੇ, ਤੇ ਜਿਸ ਵੇਲੇ ਜੰਗਲਾਂ ਵਿੱਚ ਪਹੁੰਚਿਆ ਤੇ ਪਰਮੇਸ਼ਰ ਨੇ ਉਹਨੂੰ ਗੁਰੂ ਵੀ ਮਿਲਾ ਦਿੱਤਾ। ਕੋਈ ਬ੍ਰਹਮ ਗਿਆਨੀ, ਕੋਈ ਰੱਬ ਦਾ ਪਿਆਰਾ ਮਿਲ ਗਿਆ ਜਿਹਨੇ ਸਿਮਰਨ ਕਰਨ ਦਾ ਢੰਗ ਦੱਸਿਆ। ਗੁਰੂ ਦੀ ਮੋਹਰ ਵੀ ਲੱਗੀ ਧਰੂਵ ਦੇ ਜੀਵਨ ਤੇ, ਗੁਰੂ ਵੀ ਮਿਲ ਗਿਆ ਉਸ ਨੂੰ, ਤੇ ਫਿਰ ਉਸ ਦੇ ਬਹਾਨੇ ਪਰਮੇਸ਼ਰ ਨੇ ਕਿਰਪਾ ਵੀ ਕਰ ਦਿੱਤੀ।
नहीं तो फिर दुनिया पातशाह जी कहते घरों चलती है रब नूं पाउण वास्ते राह च फस जाती है। चाले ते हर मिल को बीचे अटक्यो चीत, राह विच ही फस जाते आ मनुख। इस करके वो परिपूर्ण परमेश्वर परमात्मा वाल चलीए तो फिर उसे का ध्यान रखीए, बाकी सब भुल जाइए। बंदा उस नूं भुला के दुनिया के चकाचौंध विच फस जाता। मैं गल कर रहा सी कि संसार दे विच रब नूं पाउण वास्ते तुरे तो बहुत, पर बिरले ही पहुँचे, कई राह च ही फस गए। ਜਿਹੜੇ ਪਖੰਡੀ ਜਾ ਕੇ ਰਾਜੇ ਸੰਗਲਾਦੀਪ ਦੇ ਰਾਜੇ ਸ਼ਿਵਨਾਮ ਨੂੰ ਜਾ ਕੇ ਕਹਿੰਦੇ ਸੀ ਨਾਨਕ, ਜਦੋਂ ਉਹਨਾਂ ਦੀ ਪ੍ਰੀਖਿਆ ਹੁੰਦੀ ਉਹ ਫੇਲ ਹੋ ਜਾਂਦੇ, ਜਦੋਂ ਉਹ ਅਸਲੀ ਨਾਨਕ ਮਿਲ ਗਿਆ ਫਿਰ ਤਾਂ ਤੇਰੇ ਵਿਕਾਰਾਂ ਦਾ ਖਾਤਮਾ ਕਰ ਦੂਗਾ। ਜਿਸ ਤਰ੍ਹਾਂ ਉਹਨਾਂ ਨੇ ਆਖਰੀ ਪਰਖ ਰੱਖੀ ਸੀਗੀ, ਕੁਝ ਇਸਤਰੀਆਂ ਫਫੇ ਕੁੱਟਣੀਆਂ, ਭਾ ਪਖੰਡ ਕਰਕੇ ਵਿਸ਼ੇ ਵਿਕਾਰਾਂ ਦੇ ਮਿੱਠੀਆਂ ਮਾਰ ਕੇ ਮਿੱਠੇ ਬੋਲ ਕੇ ਉਹਨਾਂ ਪਖੰਡੀ ਸਾਧਾਂ ਨੂੰ ਜਾਂ ਜਿਹੜੇ ਆਪਣੇ ਆਪ ਨੂੰ ਨਾਨਕ ਕਹਿੰਦੇ ਸੀ ਪਰਖ ਕਰਦੀਆਂ, ਅਤੇ ਜਦੋਂ ਉਹ ਡੋਲ ਜਾਂਦੇ ਤੇ ਰਾਜਾ ਵਜ਼ੀਰ ਉਹਨਾਂ ਨੂੰ ਭਜਾ ਦਿੰਦੇ ਤੇ ਨਾਨਕ ਜੀ ਮਹਾਰਾਜ ਵੀ ਚਲੇ ਗਏ। ਤੇ ਅੱਜ ਫਿਰ ਵਜ਼ੀਰ ਨੇ ਲਿਆ ਕਰਕੇ ਬਹੁਤ ਸਾਰੀਆਂ ਵਸਤੂਆਂ ਭੇਟ ਕੀਤੀਆਂ। ਕਦੇ ਫਲ ਫਰੂਟ ਲਿਆਉਂਦਾ ਖਾਣ ਨੂੰ, ਪਾਤਸ਼ਾਹ ਕਹਿੰਦੇ ਨਾਨਕ ਸਿਫਤੀ ਰੱਜਿਆ। ਕਦੇ ਕਹਿੰਦਾ ਹੈ ਮਹਾਰਾਜਾ ਨਵਾਂ ਚੋਲਾ ਪਾ ਲਓ, ਰਾਜਾ ਸਾਹਿਬ ਨੇ ਭੇਜਿਆ, ਪਾਤਸ਼ਾਹ ਕਹਿੰਦੇ ਅਸੀਂ ਤਾਂ ਨਾਮ ਦਾ ਚੋਲਾ ਪਾਇਆ, ਇਹੀ ਠੀਕ ਆ। ਕਦੇ ਮਾਇਆ ਦਾ ਥਾਲ ਭੇਟ ਕਰਦਾ, ਸੋਨੇ ਚਾਂਦੀ ਦਾ, ਮੋਹਰਾਂ ਦਾ, ਰੁਪਈਆਂ ਦਾ, ਪਾਤਸ਼ਾਹ ਉਹ ਵੀ ਪ੍ਰਵਾਨ ਨਹੀਂ ਕਰਦੇ। ਅਖੀਰ ਤੇ ਉਹਨਾਂ ਇਸਤਰੀਆਂ ਨੂੰ ਲੈ ਕੇ ਆਉਂਦਾ ਤੇ ਉਹ ਇਸਤਰੀਆਂ ਜਿਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਕੀਤੇ ਹੋਏ ਹੈ ਤੇ ਬਾਬੇ ਨਾਨਕ ਨੂੰ ਕਹਿੰਦੀਆਂ ਜੀ ਅਸੀਂ ਤੁਹਾਡੀ ਸੇਵਾ 'ਚ ਆਈਆਂ, ਰਾਜਾ ਸਾਹਿਬ ਨੇ ਸਾਨੂੰ ਭੇਜਿਆ, ਤੁਸੀਂ ਸਾਧੂ ਹੋ ਤੇ ਸਾਡੇ ਰਾਜੇ ਦਾ ਹੁਕਮ ਹੈ ਜਿਹੜਾ ਕੋਈ ਸਾਧੂ ਇੱਥੇ ਆਵੇ ਉਹਦੀ ਜਲ ਪਾਣੀ ਨਾਲ ਸੇਵਾ ਕਰਿਆ ਕਰੋ ਚੰਗੀ ਤਰ੍ਹਾਂ। ਥੱਕੇ ਹੁੰਦੇ ਆ, ਦੂਰੋਂ ਆਉਂਦੇ ਆ, ਮੁੱਠੀ ਚਾਪੀ ਕਰਿਆ ਕਰੋ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨਾਂ 'ਤੇ ਕਿਰਪਾ ਦ੍ਰਿਸ਼ਟੀ ਪਾਉਂਦਿਆਂ ਹੋਇਆਂ ਬਚਨ ਕੀਤਾ। ਇੱਕੋ ਹੀ ਬਚਨ ਕਰਨ ਦੀ ਲੋੜ ਪਈ ਕਿ ਉਹਨਾਂ ਇਸਤਰੀਆਂ ਦਾ ਦਿਮਾਗ ਬਦਲ ਕੇ ਧਰ ਦਿੱਤਾ। ਕੀ ਕਿਹਾ? ਗਾਛੋ ਪੁੱਤਰੀ ਰਾਜ ਕੁਆਰ, ਨਾਮ ਭਣੋ ਸੱਚ ਦੌਲਤ ਸਵਾਰ। ਆਪਣੀ ਬੁੱਧੀ ਨੂੰ ਸੱਚ ਨਾਲ ਜੋੜ ਕੇ ਇਹਨੂੰ ਸਾਫ਼ ਕਰੋ, ਮਤ ਸਾਫ਼ ਕਰੋ। ਜੇ ਤੁਸੀਂ ਸੇਵਾ ਕਰਨੀ ਹੈ ਤਾਂ ਵਿਆਹ ਕਰਾਓ ਤੇ ਆਪਦੇ ਪਤੀਆਂ ਦੀ ਸੇਵਾ ਕਰੋ। ਸਾਡੀ ਸੇਵਾ 'ਚ ਕੀ ਰੱਖਿਆ? ਗਾਛੋ ਪੁੱਤਰੀ ਧੀਓ, ਜਦੋਂ ਹੀ ਧੀਓ ਕਿਹਾ ਉਹਨਾਂ ਦੇ ਦਿਮਾਗ ਦਾ ਸਾਰਾ ਪਾਰਾ ਡਾਊਨ ਹੋ ਗਿਆ, ਉਤਰ ਗਿਆ। ਦਿਮਾਗ ਦੇ ਵਿੱਚੋਂ ਵਿਸ਼ੇ ਵਿਕਾਰਾਂ ਵਾਲੀਆਂ ਗੱਲਾਂ ਹੀ ਉਡਾ ਦਿੱਤੀਆਂ ਪਾਤਸ਼ਾਹ ਨੇ। ਉਹ ਕਹਿਣ ਲੱਗੇ ਵਜ਼ੀਰ ਅਤੇ ਇਸਤਰੀਆਂ, ਬਾਬਾ ਜੀ ਇੱਥੇ ਬੜੇ ਸਾਧ ਆਉਂਦੇ ਆ, ਸਾਡੇ ਰਾਜੇ ਨੇ ਸਾਡੀ ਡਿਊਟੀ ਲਾਈ ਹੋਈ ਹੈ ਸੇਵਾ ਦੀ, ਤੁਸੀਂ ਕੁਛ ਤਾਂ ਸੇਵਾ ਲਓ। ਅਸੀਂ ਸਭ ਦੀ ਸੇਵਾ ਕਰਦੇ ਹਾਂ। ਅਤੇ ਬਾਬਾ ਨਾਨਕ ਜੀ ਕਹਿੰਦੇ ਉਹ ਸਾਧ ਨਹੀਂ, ਉਹ ਬੇਟਾ ਕਾਂ ਬਿਰਤੀ ਵਾਲੇ ਹੋਣਗੇ। ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰੈ ਦੇਖ ਭੀਤ। ਉਹ ਤਾਂ ਜਿੱਥੇ ਬੁਰਕੀ ਦੇਖਦੇ ਆ ਵਿਕਾਰਾਂ ਦੀ, ਉੱਥੇ ਕਾਂ ਵਾਂਗੂ ਡਿੱਗ ਪੈਂਦੇ ਆ। ਉਹ ਸਾਧ ਨਹੀਂ ਹੋਣੇ, ਉਹ ਕਾਂ ਹੋਣਗੇ। ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰੈ ਦੇਖ ਭੀਤ। ਗਾਛੋ ਪੁੱਤਰੀ ਰਾਜ ਕੁਆਰ, ਨਾ ਭਣੋ ਸੱਚ ਦੌਲਤ ਸਵਾਰ। ਬੜੀ ਕੋਸ਼ਿਸ਼ ਕੀਤੀ, ਅਖੀਰ ਸਤਿਗੁਰਾਂ ਨੇ ਉਹਨਾਂ ਨੂੰ ਗਿਆਨ ਦਿੱਤਾ ਤੇ ਸਿੱਧੇ ਰਸਤੇ ਪਾਏ। ਹੁਣ ਇਹਨਾਂ ਨੇ ਜਾ ਕੇ ਰਿਪੋਰਟ ਦੇਣੀ ਸੀ ਰਾਜੇ ਨੂੰ ਵੀ ਜਿਹੜਾ ਐਤਕੀ ਨਾਨਕ ਆਇਆ ਇਹ ਕਿੱਦਾਂ ਦਾ ਨਿਕਲਿਆ, ਅਸਲੀ ਹੈ ਕਿ ਨਕਲੀ ਹੈ। ਤਾਂ ਵਜ਼ੀਰ ਤੇ ਉਹ ਲੜਕੀਆਂ ਜਾ ਕੇ ਦੱਸਣ ਲੱਗੀਆਂ, ਮਹਾਰਾਜ ਇਹ ਤਾਂ ਅਸਲੀ ਨਾਨਕ ਲੱਗਦੇ ਆ। ਅੱਗੇ ਬਹੁਤ ਸਾਧ ਆਏ, ਅਸੀਂ ਪਰਖੇ ਤੇ ਸਾਰੇ ਹੀ ਡਾਵਾਂ ਡੋਲ ਗਏ, ਪਰ ਇਹਨੇ ਤਾਂ ਸਾਨੂੰ ਬਦਲ ਕੇ ਰੱਖ ਦਿੱਤਾ। ਅਸੀਂ ਉਹਦੀਆਂ ਸਿੱਖ ਹੋ ਗਈਆਂ, ਮਹਾਰਾਜ ਉਹਨੇ ਤਾਂ ਸਾਨੂੰ ਗਿਆਨ ਦੇ ਕੇ ਸਿੱਧੇ ਰਸਤੇ ਪਾ ਦਿੱਤਾ। ਅੱਜ ਤੋਂ ਬਾਅਦ ਨੌਕਰੀ ਵੀ ਛੱਡੀ, ਇਹੋ ਜਿਹੇ ਕੰਮ ਅਸੀਂ ਨਹੀਂ ਕਰਨੇ, ਤੇ ਇਹ ਅਸਲੀ ਨਾਨਕ ਹੈ। ਤੇ ਫਿਰ ਰਾਜਾ ਸ਼ਿਵਨਾਮ ਧੰਨ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ।
ਮਨੁੱਖ ਦੇ ਅੰਦਰ ਜਿਹੜੀ ਵਿਸ਼ੇ ਵਿਕਾਰਾਂ ਦੀ ਤਪਸ਼ ਵੱਧਦੀ ਹੈ ਜਦੋਂ, ਫਿਰ ਪਰਮੇਸ਼ਰ ਜੀਵ ਨੂੰ ਸਤਸੰਗ ਦਿੰਦਾ ਹੈ, ਸਤਸੰਗ ਵਿੱਚ ਲੈ ਕੇ ਆਉਂਦਾ ਹੈ। ਹੁਕਮੀ ਵਰਸਨ ਲਾਗੈ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ। ਫਿਰ ਰੱਬ ਦੇ ਪਿਆਰਿਆਂ ਦੀ ਸੰਗਤ ਮਿਲਦੀ ਹੈ ਜਿਨ੍ਹਾਂ 'ਤੇ ਉਹਦੀ ਕਿਰਪਾ ਦ੍ਰਿਸ਼ਟੀ ਹੋ ਜੇ। ਨਹੀਂ ਤਾਂ ਬਹੁਤ ਦੁਨੀਆ ਭਟਕਦੀ ਵੀ ਫਿਰਦੀ ਹੈ। ਪਰ ਜੇ ਥੋੜ੍ਹਾ ਜਿਹਾ ਵੀ ਬੰਦਾ ਸੋਚੇ ਕਿ ਮੈਂ ਗੁਰੂ ਵੱਲ ਚੱਲਾਂ ਤੇ ਪਰਮੇਸ਼ਰ ਲੈ ਵੀ ਜਾਂਦਾ। ਚਰਨ ਸ਼ਰਨ ਗੁਰੂ ਏਕ ਪੈਂਡਾ, ਜਾਏ ਚੱਲ ਸਤਿਗੁਰੂ ਕੋਟ ਪੈਂਡਾ। ਆਗਿਆ ਹੋਏ ਲੇਤ ਹੈ, ਭਾਵਨੀ ਭਗਤ ਹੋਏ ਕੌਡੀ। ਅਗਰ ਭਾਗ ਰੱਖੈ ਸਤਿਗੁਰੂ ਤਾਹੇ ਸਰਬ ਨਿਧਾਨ। ਦਾਨ ਦੇਤ ਹੈ, ਐਸਾ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ। ਪ੍ਰੀਤਮ ਜੀ ਕਹਿੰਦੇ ਜਦੋਂ ਉਸ ਦੀ ਕਿਰਪਾ ਹੁੰਦੀ ਆ, ਰੱਬ ਦੇ ਪਿਆਰਿਆਂ ਦੀ ਸੰਗਤ ਮਿਲਦੀ ਆ, ਸੰਗਤ ਵਿੱਚ ਬੈਠ ਕੇ ਨਾਮ ਜਪਦੇ ਹਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇ ਫਿਰ ਕੀ ਹੁੰਦਾ ਹੈ? ਸੀਤਲ ਸ਼ਾਂਤ ਸਹਿਜ ਸੁਖ ਪਾਇਆ। ਅੰਦਰ ਠੰਡ ਵਰਤ ਜਾਂਦੀ ਹੈ, ਭਾਵ ਸ਼ਾਂਤੀ ਆ ਜਾਂਦੀ ਹੈ, ਵਿਸ਼ੇ ਵਿਕਾਰਾਂ ਦੀ ਤਪਸ ਖਤਮ ਹੋ ਜਾਂਦੀ ਹੈ। ਜਿਵੇਂ ਮੀਂਹ ਪੈਂਦਿਆਂ ਗਰਮੀ ਖਤਮ ਹੋ ਜਾਂਦੀ ਹੈ, ਕੁਝ ਰਾਹਤ ਮਿਲਦੀ ਹੈ ਜੀਵ ਜੰਤੂਆਂ, ਪਸ਼ੂਆਂ, ਪੰਛੀਆਂ, ਮਨੁੱਖਾਂ ਨੂੰ। ਉਸੇ ਤਰ੍ਹਾਂ ਜੀਵ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਅੱਗ ਸ਼ਾਂਤ ਹੋ ਜਾਂਦੀ ਹੈ, ਕਾਮ ਕ੍ਰੋਧ ਦੀ ਅੱਗ ਸ਼ਾਂਤ ਹੋ ਜਾਂਦੀ ਆ। ਈਰਖਾ, ਦੁਈ, ਦਵੈਤ, ਨਿੰਦਿਆ, ਚੁਗਲੀ, ਸਾੜਾ ਆਦਿ ਆਦਿ ਇਹਨਾਂ ਦੀ ਅਗਨੀ ਸ਼ਾਂਤ ਹੋ ਜਾਂਦੀ ਆ ਮਨੁੱਖ ਦੇ ਅੰਦਰ ਜਦੋਂ ਪਰਮੇਸ਼ਰ ਦਾ ਨਾਮ ਦਾ ਮੀਂਹ ਪੈਂਦਾ, ਗੁਰੂ ਦੀ ਕਿਰਪਾ ਸਦਕਾ। ਠਾਂਡ ਪਾਈ ਪ੍ਰਭ ਆਪੇ ਜੀਓ, ਇਹ ਵੀ ਗੁਰੂ ਨੇ ਕਿਰਪਾ ਕੀਤੀ। ਸਭ ਕਿਛ ਬਹੁਤ ਬਹੁਤ ਹੀ ਉਪਾਇਆ। ਬਾਹਰ ਮੀਂਹ ਪੈਂਦਾ ਹੈ ਤੇ ਫਸਲਾਂ ਹੁੰਦੀਆਂ। ਜਦ ਮੀਂਹ ਪੈਂਦਾ ਹੈ ਤੇ ਜਿਹੜੀ ਕੁਦਰਤ ਹੈ ਹਰਿਆਲੀ ਪਾਉਂਦੀ ਹੈ, ਇਹਦੇ ਵਿੱਚ ਹਰੀ ਭਰੀ ਹੋ ਜਾਂਦੀ ਹੈ। ਫਲਾਂ ਵਾਲੇ ਪੌਦਿਆਂ ਨੂੰ ਫਲ ਲੱਗਦੇ ਆ, ਫੁੱਲਾਂ ਵਾਲੇ ਪੌਦਿਆਂ ਨੂੰ ਬਹੁਤ ਸਾਰੇ ਫੁੱਲ ਲੱਗੇ ਆਉਂਦੇ ਆ। ਫਸਲਾਂ ਨੂੰ ਚੰਗਾ ਦਾਣਾ ਪੈ ਜਾਂਦਾ ਸਮੇਂ 'ਤੇ ਮੀਂਹ ਪੈ ਜਾਵੇ। ਜਿਵੇਂ ਆ ਮੀਂਹ ਪਏ ਨੇ ਪਿਛਲੇ 2-3, ਅਤੇ ਚੌਲਾਂ ਨੂੰ ਇਹਨਾਂ ਦਾ ਬੜਾ ਫਾਇਦਾ ਹੋਵੇਗਾ, ਕਣਕ ਨੂੰ ਵੀ ਫਾਇਦਾ ਹੋਵੇਗਾ। ਇਸ ਕਰਕੇ ਮੀਂਹ ਪੈਂਦਾ ਜਦੋਂ ਤੇ ਸ਼ਾਂਤੀ ਵਰਤਦੀ ਹੈ। ਜਦ ਨਾਮ ਜਪਦੇ ਆ ਤੇ ਅੰਦਰ ਸ਼ਾਂਤੀ ਵਰਤਦੀ ਆ। ਪਰਮੇਸ਼ਰ ਕਿਰਪਾ ਕਰਦਾ, ਗੁਰੂ ਬਣ ਕੇ ਆਉਂਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਆਏ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਦੋਂ ਨਿਰੰਕਾਰ ਨੇ ਇਹ ਜਿਹੜੀ ਸ੍ਰਿਸ਼ਟੀ ਬਣਾਈ ਆ, ਇਹਦੇ ਵਿੱਚ ਗੁਰੂ ਨਾਨਕ ਬਣ ਕੇ ਆਉਣਾ ਕੀਤਾ। ਜਿਵੇਂ ਕੋਈ ਜ਼ਿਮੀਂਦਾਰ ਖੇਤੀਬਾੜੀ ਕਰਦਾ ਹੈ, ਜਿੱਥੇ ਫਸਲ ਬੀਜਦਾ ਹੈ ਉਹਦੀ ਸੰਭਾਲ ਵੀ ਕਰਦਾ ਹੈ। ਪਰਮੇਸ਼ਰ ਨੇ ਸਾਨੂੰ ਪੈਦਾ ਕੀਤਾ, ਸਾਨੂੰ ਸਾਂਭਦਾ ਵੀ ਉਹ ਹੀ ਆ। ਇਸ ਕਰਕੇ ਜਦੋਂ ਉਸ ਨੇ ਕਿਰਪਾ ਦ੍ਰਿਸ਼ਟੀ ਕੀਤੀ ਜੀਵਾਂ ਦੇ ਉੱਤੇ, ਗੁਰੂ ਬਣ ਕੇ ਆਇਆ ਤੇ ਗੁਰੂ ਨਾਨਕ ਬਣ ਕੇ ਫਿਰ 4 ਉਦਾਸੀਆਂ ਲਾਈਆਂ। ਜਿੱਥੇ ਜਿੱਥੇ ਉਹਨਾਂ ਨੂੰ ਨੁਕਸ ਲੱਗਿਆ, ਉੱਥੇ ਉੱਥੇ ਜਾ ਕੇ ਨੁਕਸ ਕੱਢਿਆ ਔਰ ਉਹਨਾਂ ਦੇ ਨੁਕਸ ਉਹਨਾਂ ਦੇ ਮੂੰਹ 'ਤੇ ਦੱਸਣੇ ਕੀਤੇ। ਕੀ ਕਹਿੰਦੇ ਆ? ਰਾਜੇ ਸ਼ਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਰਾਜੇ ਬਘਿਆੜ ਬਣ ਚੁੱਕੇ ਸੀ, ਉਹਨਾਂ ਦੇ ਵਜ਼ੀਰ ਮੰਤਰੀ ਕੁੱਤਿਆਂ ਦਾ ਰੂਪ ਧਾਰ ਚੁੱਕੇ ਸੀ। ਮਤਲਬ ਲਾਲਚੀ ਇੰਨੇ ਹੋ ਗਏ ਸੀ ਕਿ ਰਿਸ਼ਵਤਾਂ ਲੈਂਦੇ ਸੀ। ਜਿਹੜਾ ਧਰਮ ਦਾ ਮੁਖੀ ਬ੍ਰਾਹਮਣ ਸੀ ਉਹ ਵੀ ਪਖੰਡੀ ਹੋ ਗਿਆ ਸੀ। ਜਿਹਨੇ ਲੋਕਾਂ ਨੂੰ ਗਾਈਡ ਕਰਨਾ ਸੀਗਾ, ਉਸ ਨੇ ਲੋਕਾਂ ਨੂੰ ਗਾਈਡ ਕਰਨ ਦੀ ਬਜਾਏ ਕਰਮਕਾਂਡ ਚਲਾ ਦਿੱਤੇ। ਤਰ੍ਹਾਂ ਤਰ੍ਹਾਂ ਦੇ ਟੇਢੀਆਂ ਵਿੰਗੀਆਂ ਕਰਮਾਂ ਵਿੱਚ ਪਾ ਦਿੱਤਾ। ਸ਼ਰਾਧਾਂ, ਨਰਾਤਿਆਂ ਆਦਿ ਇਹਨਾਂ ਪਖੰਡਾਂ ਵਿੱਚ ਪਾ ਕਰਕੇ ਜੀਵਾਂ ਨੂੰ ਹੋਰ ਵੀ ਭਟਕਾ ਦਿੱਤਾ। ਜਿੱਥੇ ਇਸ ਨੂੰ ਗਿਆਨ ਦੇ ਕੇ ਸਿੱਧੇ ਰਸਤੇ ਪਾਉਣਾ ਸੀ, ਉਹਨਾਂ ਵੇਦਾਂ ਦਾ, ਗ੍ਰੰਥਾਂ ਦਾ ਆਸਰਾ ਲੈ ਕੇ ਲੋਕਾਂ ਨੂੰ ਪੱਤਰੀਆਂ ਖੋਲ੍ਹ ਕੇ ਆਦਿ ਚੱਕਰਾਂ 'ਚ ਪਾਉਣ ਲੱਗੇ। ਜਿਨ੍ਹਾਂ ਦੇ ਪਰਥਾਏ ਬਾਬਾ ਨਾਨਕ ਜੀ ਬਾਣੀ 'ਚ ਲਿਖਦੇ ਹਨ, ਬ੍ਰਾਹਮਣ ਨਾਵੈ ਜੀਆਂ ਘਾਏ। ਹੁਣ ਨਾਮ ਤਾਂ ਸੁੱਖ ਦੇਣ ਵਾਸਤੇ ਆ, ਪਰ ਇਹ ਉਹਨਾਂ ਵੇਦਾਂ ਗ੍ਰੰਥਾਂ ਦਾ ਆਸਰਾ ਲੈ ਕੇ ਜੀਵਾਂ ਨੂੰ ਮਾਰਨ ਲੱਗੇ, ਭਾਵ ਲੁੱਟਣ ਲੱਗੇ। ਬ੍ਰਾਹਮਣ ਨਾਵੈ ਜੀਆਂ ਘਾਏ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਜਿਹੜੇ ਕਾਜੀ ਭਾਵ ਸਰਕਾਰੀ ਰਾਜਨੀਤੀ,
ਧਰਮ ਵਾਲਿਆਂ ਦਾ ਹਾਲ ਵੀ ਦੱਸਤਾ। ਜਿਹੜੇ ਬ੍ਰਾਹਮਣ ਸੀ ਉਹ ਧਰਮ ਦੀ ਓਟ ਵਿੱਚ ਲੋਕਾਂ ਨੂੰ ਲੁੱਟਣ ਲੱਗੇ। ਜਿਹੜੇ ਰਾਜਨੀਤੀ ਵਾਲੇ ਬੰਦੇ ਸਨ, ਕਾਜੀ ਤੋਂ ਭਾਵ ਰਾਜਨੀਤੀ ਵਾਲੇ, ਸਾਡਾ ਜੱਜ ਹੁੰਦਾ ਹੈ, ਉਹਨਾਂ ਦਾ ਕਾਜੀ ਹੁੰਦਾ। ਇਹ ਤੋਂ ਮਤਲਬ ਹੈ ਰਾਜਨੀਤਿਕ ਲੋਕ ਵੀ ਜਿਹੜੇ ਸਨ ਉਹ ਰਿਸ਼ਵਤਾਂ ਲੈ ਲੈ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਲੱਗੇ। ਜਿਵੇਂ ਇੱਕ ਛੋਟੀ ਜਿਹੀ ਕਹਾਣੀ ਆ ਉਹਨਾਂ ਸਮਿਆਂ ਦੀ। ਦੋ ਬੰਦਿਆਂ ਦਾ ਝਗੜਾ ਹੋ ਗਿਆ ਤੇ ਉਹਨਾਂ ਨੇ ਕਾਜੀ ਦੇ ਕੋਲ ਨਿਆਂ ਕਰਨ ਵਾਸਤੇ ਆਪਣੀਆਂ ਬੇਨਤੀਆਂ ਕੀਤੀਆਂ, ਅਰਜ਼ੀਆਂ ਪਾਈਆਂ। ਔਰ ਉਹਨਾਂ ਸਮਿਆਂ 'ਚ ਰਿਸ਼ਵਤ ਚੱਲਦੀ ਸੀ, ਅੱਜ ਵੀ ਚੱਲਦੀ ਆ। ਜਿਹੜਾ ਬਾਹਲੀ ਰਿਸ਼ਵਤ ਦੇ ਦਿੰਦਾ ਹੈਗਾ ਉਹਨੂੰ ਪਾਸ ਕਰਦੇ ਆ, ਦੂਜੇ ਨੂੰ ਫੇਲ ਕਰ ਦਿੰਦੇ ਆ। ਇਹ ਗਰੀਬ ਬੰਦੇ ਨਾਲ ਕਿਸੇ ਅਮੀਰ ਨੇ ਧੱਕਾ ਕੀਤਾ ਸੀਗਾ ਤੇ ਕਾਜੀ ਦੇ ਕੋਲ ਰਪਟ ਕੀਤੀ ਗਈ ਨਿਆਂ ਕਰਨ ਵਾਸਤੇ। ਉਹ ਗਰੀਬ ਬੰਦਾ ਜੁਲਾਹਾ ਸੀਗਾ, ਖੱਡੀ ਦਾ ਕੰਮ ਕਰਦਾ ਸੀ। ਕਹਿੰਦੇ ਉਹਨੇ ਇੱਕ ਬੜੀ ਕੀਮਤੀ ਪੱਗ ਤਿਆਰ ਕੀਤੀ ਤੇ ਪੱਗ ਤਿਆਰ ਕਰਕੇ ਉਸ ਕਾਜੀ ਨੂੰ ਦੇ ਆਇਆ ਵੀ ਕਾਜੀ ਸਾਹਿਬ ਦੇਖੋ ਸਾਡਾ ਨਿਆਂ ਕਰ ਦਿਓ, ਮੈਂ ਸੱਚਾ, ਮੈਂ ਝੂਠਾ ਨਹੀਂ ਆ, ਮੇਰੇ ਨਾਲ ਧੱਕਾ ਹੋਇਆ। ਆਹ ਦਸਤਾਰ ਤੁਸੀਂ ਰੱਖੋ, ਤੁਹਾਡੇ ਵਾਸਤੇ ਪਿਆਰ 'ਚ ਲੈ ਕੇ ਆਏ। ਗਿਫਟ ਹੀ ਕਹਿੰਦੇ ਆ, ਰਿਸ਼ਵਤ ਨੂੰ ਗਿਫਟ ਕਹਿ ਦਿੰਦੇ ਆ। ਮਠਿਆਈ ਵਾਲੇ ਡੱਬੇ ਵਿੱਚ ਨੋਟ ਪਾ ਕੇ ਦੇ ਆਉਂਦੇ ਆ, ਕਹੋ ਸਤਨਾਮ ਰਿਸ਼ਵਤ। ਇਹ ਮੈਂ ਤੁਹਾਨੂੰ ਪਿਆਰ 'ਚ ਦੇ ਕੇ ਜਾਣਾ, ਬਸ ਗਿਫਟ ਹੈ ਤੁਹਾਡੇ ਵਾਸਤੇ। ਤੇ ਉਹਨੇ ਪੱਗ ਰੱਖ ਲਈ। ਨਿਆਂ ਦਾ ਸਮਾਂ ਨੇੜੇ ਆਉਣ ਲੱਗਿਆ। ਜਿਹੜਾ ਦੂਜਾ ਪੈਸੇ ਵਾਲਾ ਬੰਦਾ ਸੀਗਾ ਉਹਦੇ ਕੋਲੇ ਗਾਂ ਸੂ ਪਈ ਨਵੀਂ ਤਾਜ਼ੀ, ਤੇ ਜਿਹੜੀ ਗਾਂ ਨਵੀਂ ਸੂਈ ਦੁੱਧ ਦੇਣ ਵਾਲੀ ਸਣੇ ਬੱਚੇ ਗਾਂ ਜਿਹੜਾ ਹੈ ਉਹ ਕਾਜੀ ਦੇ ਘਰੇ ਛੱਡਿਆ ਆ। ਕਾਜੀ ਸਾਹਿਬ ਆਹ ਬੱਚਿਆਂ ਨੂੰ ਦੁੱਧ ਪਿਆਉਣ ਵਾਸਤੇ ਰੱਖ ਲਓ, ਪਰ ਕਿਰਪਾ ਕਰਿਓ ਸਾਡਾ ਨਿਆਂ ਸਹੀ ਕਰ ਦਿਓ, ਕਹੋ ਸਤਨਾਮ ਸ੍ਰੀ। ਹੁਣ ਕਾਜੀ ਕਿੱਥੇ ਜਵਾਬ ਦੇਵੇ, ਗਾਂ ਵੀ ਬੰਨ ਗਿਆ ਉਹ। ਸਮਾਂ ਆਇਆ ਜਿੱਦੇ ਪੇਸ਼ੀ ਦਾ ਦੋਨੇ ਇਕੱਠੇ ਹੋਏ। ਕਾਜੀ ਨਿਆਂ ਕਰਨ ਲੱਗਿਆ। ਹੁਣ ਬਾਰ-ਬਾਰ ਜਿਹੜਾ ਜੁਲਾਹਾ ਸੀ ਉਹ ਕਹੇ ਕਾਜੀ ਸਾਹਿਬ ਮੇਰੀ ਪੱਗ ਦੀ ਲਾਜ ਰੱਖਿਓ। ਹੁਣ ਇਹ ਗੱਲ ਉੱਥੋਂ ਚੱਲੀ ਆ ਬਈ ਪੱਗ ਦੀ ਲਾਜ ਰੱਖਿਓ। ਬੰਦਾ ਦੁਹਾਈਆਂ ਦਿੰਦਾ ਯਾਰ ਸਾਡੀ ਪੱਗ ਦੀ ਲਾਜ ਰੱਖੋ, ਤੇ ਉਹ ਕਾਜੀ ਨੂੰ ਬਾਰ-ਬਾਰ ਯਾਦ ਕਰਾਉਂਦਾ ਕਾਜੀ ਸਾਹਿਬ ਸਾਡੀ ਪੱਗ ਦੀ ਲਾਜ ਰੱਖਿਓ, ਕਿਉਂਕਿ ਵੇਖ ਰਿਹਾ ਸੀਗਾ ਕਾਜੀ ਉਹ ਦੂਜੇ ਦੇ ਹੱਕ ਵਿੱਚ ਭੁਗਤ ਰਿਹਾ। ਜਦੋਂ ਬਹੁਤਾ ਹੀ ਕਿਹਾ ਤੇ ਕਾਜੀ ਤੋਂ ਰਿਹਾ ਨਾ ਗਿਆ। ਕਹਿੰਦਾ ਯਾਰ ਤੇਰੀ ਪੱਗ ਨੂੰ ਖਾ ਗਈ ਗਾਂ, ਹੋ ਗਿਆ ਨਿਆਂ, ਬਸ ਕਹੋ ਸਤਨਾਮ। ਗਾਂ ਵਾਲੇ ਦੇ ਹੱਕ 'ਚ ਨਿਆਂ ਕਰਤਾ ਤੇ ਜਿਹੜਾ ਪੱਗ ਵਾਲਾ ਸੱਚਾ ਸੀ ਉਹਨੂੰ ਝੂਠਾ ਕਰਤਾ, ਕਹੋ ਸਤਨਾਮ ਸੀ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਨੇ ਉਹ ਸਮਾਂ ਦੇਖਿਆ। ਪੰਡਤ ਨਾਵੈ ਜੀਆਂ ਘਾਏ, ਧਰਮ ਦੇ ਮੁਖੀ ਲੋਕਾਂ ਨੂੰ ਵੇਦਾਂ ਦੇ ਬਹਾਨੇ ਲੁੱਟ ਰਹੇ ਆ। ਇਸੇ ਤਰ੍ਹਾਂ ਹੀ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ, ਰਿਸ਼ਵਤ ਲੈ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਦਿੰਦੇ ਆ। ਜੋਗੀ ਜੁਗਤ ਨਾ ਜਾਣੇ ਅੰਧ, ਜਿਹੜੇ ਜੋਗੀ ਲੋਕ ਆ ਉਹਨਾਂ ਨੂੰ ਵੀ ਰੱਬ ਦੇ ਮਿਲਣ ਦੀ ਜੁਗਤੀ ਨਹੀਂ, ਇਹ ਵੀ ਅਗਿਆਨਤਾ ਵਿੱਚ ਅੰਨੇ ਹਨ। ਤੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਘਰਾਂ ਤੋਂ ਬਾਹਰ ਕੱਢਤਾ। ਵੱਡੇ ਵੱਡੇ ਰਾਜੇ ਸਿਆਣੇ ਬੰਦੇ ਉਹਨਾਂ ਨੂੰ ਰੱਬ ਦੇ ਮਿਲਣ ਦਾ ਲਾਲਚ ਦੇ ਕੇ ਗ੍ਰਸਤੀ ਜੀਵਨ ਛਡਾ ਦਿੱਤੇ। ਉਹਨਾਂ ਨੇ ਕੰਨਾਂ 'ਚ ਮੁੰਦਰਾ ਪਾੜਤੀਆਂ, ਕੰਨ ਪਾੜ ਕੇ ਘੋਣ ਮੋਣ ਕਰਤੇ, ਬਗਲੀਆਂ ਚਕਾਤੀਆਂ, ਮੰਗਣ ਤੋਰ ਤੇ ਮਗਲੋਂ ਪਛਤਾਏ। ਪਰ ਫਿਰ ਕੀ ਹੋ ਸਕਦਾ, ਹੁਣ ਤਾਂ ਉਹ ਕੰਨ ਪਾਟੇ ਜੋਗੀ ਬਣ ਗਏ। ਜਿਸ ਤਰ੍ਹਾਂ ਰਾਜਾ ਭਰਥਰੀ ਹੋਇਆ, ਇਹ ਭਗਤ ਪੀਪੇ ਦਾ ਭਾਈ ਸੀ। ਕਹਿੰਦੇ ਰਾਜੇ ਭਰਥਰੀ ਨੂੰ ਵੀ ਗੋਰਖਨਾਥ ਨੇ ਜਿਹੜਾ ਸੀਗਾ ਇਸ ਪਾਸੇ ਤੋੜ ਦਿੱਤਾ। ਭਗਤ ਪੀਪੇ ਨੇ ਗ੍ਰਸਤੀ ਜੀਵਨ 'ਚ ਰਹਿ ਕੇ ਭਗਤੀ ਕੀਤੀ ਆ।
पर ये जोगियां दे ढहे चढ़ गया। बड़ा पछताया फिर ये। घरे लालां दे खजाने, सोने चांदी दे खजाने छड्ड के आया, रानियां छड्ड के आया, सुंदर महल छड्ड के आया, जंगलों में रहना पै गया। एक दिन तुरिया जांदियां किसी ने पान खा के थुक्किया सी ते पान दे विच लाल रंग पैदा हो जाता। वो थुक्किया पिया चमक रहा सी धुप दे नाल, सूरज की धुप तेज पै रही सी, वो चमक रहा सी ते इहने भज के जाके उन्होंने हथ पा लिया भी लाल पिया, तो घरे लालां दीयां पेटियां छड्ड के आ गया। कोई सतनाम सी। साडे मन की हालत है ये। ते जिस वेले हथ लिबड़ गया फिर भरतरी अपने आप को लाहनता पाउंदा, जा ओए मना, जे यही काम करना सी फिर तो घर ही बैठा रहिंदा, काहनूं जोगी बनना सीगा। कोठियां महल चुबारे छड्डे, इस्त्रियां छड्डियां, गहने खजाने छोड़े, लाल हीरे जवाहरात छड्डे, सोना चांदी छड्ड के आया। मन मूर्ख हजे न समझिया, पीक लवेड़ियो हाथ, ते मूर्ख मन नूं हजे भी समझ नहीं आई। इस करके जोगियां ने भी दुनिया का सही मार्गदर्शन नहीं किया। जिन्हां दे अंदर परमेश्वर नूं मिलदी सच्ची चाह पैदा हो जाती है, परमेश्वर उन्हां ते किरपा करदा, गुरु बन के आउंदा। फिर धन गुरु नानक ने फिर जगह जगह ते जाके जिथे जिथे खामियां सी, नुक्स सी, वो कढने कीते। प्रीतम जी कहते जदों किरपा करदा फिर की करदा है, साजन संत मिल नाम जपेहा, शीतल शांत सहज सुख पाया, ठांड पाई प्रभ आपे जियो, सब किछ बहुतो बहुत उपाया। सृष्टि दे विच फिर जदों दी किरपा हुंदी है, फिर सृष्टि जिहड़ी आ हरियाली हरी भरी हो जाती आ। ते जद जीव दे उत्ते किरपा हुंदी आ, इहदे अंदर भी ज्ञान पैदा हुंदा है, सोझी पैदा हुंदी आ, सुख सहूलतां सब कुछ इसनूं मिल जांदा। सब किछ बहुतो बहुत ही उपाया, कर किरपा प्रभ सगल रजाया। मीह दे पैण नाल पशुआं वास्ते घाह फूस पैदा हो जाता, पंछियां वास्ते दाणे पैदा हो जाते, नाम जपण दे नाल जीव दे अंदर सारा कुछ पैदा हो जाता, सुख सहूलतां। प्रीतम जी कहते सब किछ बहुतो बहुत ही उपाया, कर किरपा प्रभ सगल रजाया। दात करो मेरे दातारा, जी जंत सब धरापे जियो। ये पातशाह इसी दात सारिਆਂ ते करो, साडे ते भी करो, सानू भी धरापो भाव रजाओ। भुखियां भुख ना उतरी जे बन्ना पुरियां भार, ते रजिया किवें फिर जीव। पातशाह कहने तृप्त भई सच भोजन खाया, मन तां रसना नाम ध्याया। जदों मड़ करके तन करके रसना करके नाम जपना किया, फिर ये जीव रजिया। महाराज किरपा करो, जी जन सब धरापे जियो, सब नूं रजा दिओ। सच्चा साहिब सच्ची नाई, गुर प्रसाद ते सदा ध्याई। आओ सिखो, पंजवें प्रीतम जी आपां नूं कहंदे सिखो, आओ गुरु की किरपा लईए। वो आप सच्चा है, सच्चा साहिब वो आप सच्चा है, सच्ची नाई ओदी साजी हुई ये सृष्टि भी सच्ची है, कुदरत भी सच्ची है। गुर प्रसाद ते सदा ध्याई। आओ गुरु की किरपा लैके उसनूं ध्याना करिए, सिमरना करिए। जे वो चाहे तां जन्म मरण भै काटे, मोहा फिर वो जमन मरण ते मोह ममता विषय विकारां नूं भी खत्म कर सकदा है। बिनसै सोग संतापे जियो, ते जीव दे अंदरों सोग संताप चिंतावां टेंशनां ये भी खत्म कर सकदा है जी वो चाहे। सास सास नानक सालाहे, तां ते इसे करके ये नानक जो है उसनों सुवास सुवास दे नाल सलाउंदा है, सिमरदा है, ओदी सिफत करदा है। क्यों? सिमरत नाम काटे साफाहे, उहदा सिमन करिया जीव दियां फाहियां कट्टियां जांदियां। जमना मरना कट्टिया जांदा, फाहे कट्टे जांदे, बंधन कट्टे जांदे, उहदा सिमन करिया।
ਪੂਰਨ ਆਸ ਕਰੀ ਖਿਨ ਭੀਤਰ, ਤੇ ਜੀਵਾਂ ਦੀ ਆਸ ਪੂਰੀ ਕਰਦਾ ਇੱਕ ਛਿਣ ਵਿੱਚ। ਪੂਰਨ ਆਸ ਕਰੀ ਖਿਨ ਭੀਤਰ, ਹਰ 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 ਗੁਣ ਜਾਪੇ ਜੀਓ, ਜਦੋਂ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ। ਇੱਕ ਹੋਰ ਬਚਨ ਇਸੇ ਵਿਸ਼ੇ ਤੇ ਕਹਿੰਦੇ ਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਇੱਥੇ ਵੀ ਇਹੀ ਗੱਲ ਕਰਦੇ ਐ ਬਾਬਾ ਨਾਨਕ ਜੀ, ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਜਦੋਂ ਮੈਂ ਉਹਦਾ ਸਿਮਰਨ ਆਰੰਭ ਕੀਤਾ, ਸਿਮਰਤ ਨਾਮ ਕਾਟੇ ਸਾ ਫਾਹੇ, ਪੂਰਨ ਆਸ ਕਰੀ ਖਿਨ ਪੀਤਰ, ਹਰ 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 ਗੁਣ ਜਾਪੇ ਜੀਓ, ਤਾਂ ਹਰੀ ਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ। ਸੋ ਇਹ ਸੀ ਅੱਜ ਦੇ ਪਵਿੱਤਰ ਸ਼ਬਦ ਦੇ ਵਿਚਾਰ। ਅਗਲਾ ਸ਼ਬਦ ਇਸੇ ਵਿਸ਼ੇ ਤੇ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਪੰਜਵਾ। ਆਓ ਸਾਜਣ ਸੰਤ ਮੀਤ ਪਿਆਰੇ, ਸੱਜਣੋ ਮਿੱਤਰੋ ਆਓ, ਕਾਰੇ ਵਾਸਤੇ ਮਿਲ ਗਾਵੇਂ ਗੁਣ ਅਗਮ ਅਪਾਰੇ। ਆਓ ਇਕੱਠੇ ਬੈਠ ਕੇ ਉਸ ਅਗਮ ਅਪਾਰ ਬੇਅੰਤ ਪਰਮੇਸ਼ਰ ਦੇ ਗੁਣ ਗਾਈਏ। ਕਿਉਂ ਕਾਰੇ ਵਾਸਤੇ ਗਾਉਣੇ ਆ? ਸਵਾਲ ਪੈਦਾ ਹੋਇਆ ਤੇ ਜਵਾਬ ਗੁਰੂ ਦਿੰਦੇ ਆ, ਗਾਵਤ ਸੁਣਤ ਭਏ ਸਭੈ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਐ ਜੀਓ। ਜਿਹਨੇ ਸਾਨੂੰ ਸਾਜਿਆ, ਜਿਹਨੇ ਸਾਨੂੰ ਬਣਾਇਆ, ਆਓ ਆਪਾਂ ਉਸ ਨੂੰ ਸਿਮਰ ਨਾ ਕਰੀਏ, ਕਿਉਂਕਿ ਉਸ ਦਾ ਸਿਮਰਨ ਹੀ ਸਾਨੂੰ ਆਪਣੇ ਵਿੱਚ ਮਿਲਾ ਸਕਦਾ ਹੈ ਤੇ ਭਰਮਾਂ ਭੁਲੇਖਿਆਂ ਦੀਆਂ ਫਾਹੀਆਂ ਤੋੜ ਕੇ ਮੁਕਤ ਕਰ ਸਕਦਾ। ਗੁਰੂ ਕਿਰਪਾ ਕਰਨ। ਇਹ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।